ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਜਿਹੜਾ ਓਵਰਆਲ ਕਿਸਾਨ ਅੰਦੋਲਨ ਹੈ, ਜਿਹ 'ਚ ਆਮ ਵੀ ਆਪਾਂ ਰੂਟੀਨ ਦੇ ਵਿੱਚ ਗੱਲ ਕਰਦੇ ਹਾਂ, ਪਰ ਅੱਜ ਸਾਡੇ ਨਾਲ ਨੇ ਪੰਜਾਬ ਦੇ ਜਾਣੇ ਪਛਾਣੇ ਅਰਥ ਸ਼ਾਸਤਰੀ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਜੀ। ਉਹਨਾਂ ਤੋਂ ਜਾਣਾਂਗੇ ਕਿ ਇਹਦੀਆਂ ਬਰੀਕੀਆਂ ਕੀ ਨੇ ਸੰਘਰਸ਼ ਦੀਆਂ, ਜਾਂ ਕਿਸ ਪੜਾਅ 'ਤੇ ਖੜ੍ਹਾ ਹੈ, ਜਾਂ ਕੀ ਸੰਭਾਵਨਾਵਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਸ ਲੈਵਲ ਦਾ ਪ੍ਰਭਾਵ ਇਸ ਦਾ ਪਏਗਾ ਜ਼ਿੰਦਗੀ 'ਤੇ ਵੱਖ-ਵੱਖ ਐਸਪੈਕਟਸ ਦੇ ਉੱਤੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ। ਧੰਨਵਾਦ ਤੁਹਾਡਾ। ਪ੍ਰੋਫੈਸਰ ਸਾਹਿਬ, ਅੰਦੋਲਨ ਬਾਰੇ ਆਮ ਕਿਹਾ ਜਾ ਰਿਹਾ ਕਿਉਂਕਿ ਵੀ ਇਹ ਕਾਫੀ ਵੱਡਾ ਅੰਦੋਲਨ ਹੈ, ਅੱਜ ਤੱਕ ਦਾ ਮਾਸ ਅੰਦੋਲਨ ਹੈ, ਪੀਸਫੁਲ ਵੀ ਹੈ ਔਰ ਐਡਾ ਵੱਡਾ ਇੰਪੈਕਟ ਹੈ। ਅਤੇ ਇੱਕ ਤਾਂ ਇਹ ਕਿਵੇਂ ਲੱਗਦਾ ਤੁਹਾਨੂੰ, ਇਸ ਅੰਦੋਲਨ ਐਡਾ ਵੱਡਾ ਅੰਦੋਲਨ ਬੜੇ ਥੋੜ੍ਹੇ ਸਮੇਂ ਦੇ ਵਿੱਚ ਕਿਵੇਂ ਸਾਰੇ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਇਹ ਤੋਂ ਬਿਨਾਂ ਚਾਰਾ ਨਹੀਂ ਹੈ? ਕਿਉਂਕਿ ਪਹਿਲਾਂ ਤੋਂ ਹੀ ਲੋਕ ਬੇਇਨਸਾਫੀ ਦੀ ਤਾਂ ਗੱਲ ਕਰਦੇ ਸੀ, ਛੋਟਾ ਮੋਟਾ ਯੂਨੀਅਨਾਂ ਦੇ ਵੀ ਦਾਇਰੇ ਤੋਂ ਹੀ ਵੱਡਾ ਹੋ ਗਿਆ, ਲੀਡਰਾਂ ਦੇ ਸਾਈਜ਼ ਤੋਂ ਵੀ ਵੱਡਾ ਹੋ ਗਿਆ। ਇਹਦੇ ਪਿੱਛੇ ਕੀ ਆਧਾਰ ਹੈ, ਕੀ ਕਾਰਨ ਮਹਿਸੂਸ ਕਰਦੇ ਹੋ ਤੁਸੀਂ? ਹਮੀਰ ਸਿੰਘ, ਜੇ ਤੁਸੀਂ ਪਿਛਲੇ ਕੋਈ 20-25 ਸਾਲ ਦਾ ਐਗਰੇਰੀਅਨ ਇਤਿਹਾਸ ਦੇਖੋ ਤਾਂ ਇਹਦੇ ਪਿੱਛੇ ਬਹੁਤ ਡੀਪ ਰੂਟਡ ਐਗਰੀਕਲਚਰ ਦਾ ਕ੍ਰਾਈਸਿਸ ਹੈ। ਬਹੁਤ ਸਾਰੀਆਂ ਮੂਵਮੈਂਟਾਂ ਛੋਟੇ ਪੱਧਰ 'ਤੇ ਡਿਵੈਲਪ ਹੁੰਦੀਆਂ, ਜਿਵੇਂ ਬੰਬੇ ਮਾਰਚ ਕੀਤਾ ਸੀ ਲੋਕਾਂ ਨੇ। ਇਸੇ ਤਰ੍ਹਾਂ 200 ਕੁਛ ਜਥੇਬੰਦੀਆਂ ਨੇ ਦਿੱਲੀ ਵੀ ਇਹਦੇ ਵਾਸਤੇ ਮਾਰਚ ਕੀਤਾ ਸੀਗਾ। ਫਿਰ ਉਹਦੇ ਬਾਅਦ ਡਿਸਕਸ਼ਨ ਵੀ ਕਰਾਈ ਉਹਨਾਂ ਨੇ, ਲੇਕਿਨ ਉਹ ਬਣਿਆ ਨਹੀਂ ਕੰਮ। ਅਤੇ 2017 ਤੱਕ 1997 ਤੋਂ ਲੈ ਕੇ 3.5 ਲੱਖ ਦੇ ਕਰੀਬ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ। ਔਰ ਜਿਹੜੀ ਸਾਡੀ ਸਰਕਾਰਾਂ ਨੇ, ਖਾਸ ਕਰਕੇ ਕੇਂਦਰ ਸਰਕਾਰ ਹੈ, ਉਹਦੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਉਹ ਇਹਨਾਂ ਮੁੱਦਿਆਂ ਨੂੰ ਡਿਸਕਸ ਕਰਕੇ ਇਹਦੇ ਸੋਲਿਊਸ਼ਨ ਵਾਸਤੇ ਕੋਈ ਕੰਮ ਕਰਨ। ਅਤੇ ਇਹ ਜਿਹੜਾ 3 ਆਰਡੀਨੈਂਸ ਜਿਹੜੇ ਇਸ਼ੂ ਕੀਤੇ, ਜਿਹੜੇ ਬਾਅਦ ਵਿੱਚ ਬਿੱਲ ਬਣਾ ਦਿੱਤੇ ਗਏ, ਬਿੱਲ ਬਣਾਉਣ ਤੋਂ ਬਾਅਦ ਫਿਰ ਐਕਟ ਪਾਸ ਕਰਤੇ ਗਏ, ਇਹਨਾਂ ਨੇ ਇੱਕ ਗਰਾਊਂਡ ਜਿਹੜੀ ਬਣੀ ਬਣਾਈ ਸੀ ਉਹਨੂੰ ਮੌਕਾ ਦੇ ਦਿੱਤਾ ਕਿ ਲੋਕ ਇਹਦੇ 'ਤੇ ਇਕੱਠੇ ਹੋ ਜਾਣ। ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਇਹ 3 ਆਰਡੀਨੈਂਸ ਜਾਰੀ ਹੋਏ ਸੀਗੇ, ਪੰਜਾਬ ਦੇ ਵਿੱਚ ਇਹਨਾਂ ਦਾ ਟਰਾਂਸਲੇਸ਼ਨ ਵੱਡੀ ਪੱਧਰ 'ਤੇ ਹੋਇਆ, ਲੋਕਾਂ 'ਚ ਵੰਡਿਆ ਗਿਆ, ਫਿਰ ਪੜ੍ਹਿਆ ਗਿਆ। ਫਿਰ 32 ਜਥੇਬੰਦੀਆਂ ਨੇ ਇਹਨੂੰ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ। ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਚੰਡੀਗੜ੍ਹ ਮੁਜ਼ਾਹਰਾ ਕੀਤਾ। ਫਿਰ ਕੈਪਟਨ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਅਸੈਂਬਲੀ ਦੇ ਵਿੱਚ ਮਤੇ ਪਾਸ ਹੁੰਦੇ ਕਿ ਅਸੀਂ ਇਹਨਾਂ ਐਕਟਾਂ ਨੂੰ ਲਾਗੂ ਨਹੀਂ ਕਰਾਂਗੇ। ਅਤੇ ਨਾਲ ਹੀ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਜਿਹੜੇ ਕਿਸਾਨ ਭਰਾਤਰੀ ਜਥੇਬੰਦੀਆਂ ਨੇ, ਹਰਿਆਣਾ, ਯੂਪੀ ਅਤੇ ਦੂਜੇ ਥਾਵਾਂ 'ਤੇ, ਉੱਥੇ ਡੈਲੀਗੇਸ਼ਨ ਭੇਜੇ ਅਤੇ ਉੱਥੋਂ ਵੀ ਲੋਕਾਂ ਨੂੰ ਕਾਫੀ ਪੋਜ਼ੀਟਿਵ ਹੁੰਗਾਰਾ ਮਿਲਿਆ। ਤਾਂ ਇਹ ਜਿਹੜਾ ਟ੍ਰਿਗਰ ਫੈਕਟਰ ਹੈ, ਇਹ ਤਾਂ ਬਣ ਗਏ ਆਰਡੀਨੈਂਸ ਅਤੇ ਐਕਟ। ਲੇਕਿਨ ਇਹਦੇ ਪਿੱਛੇ ਇੱਕ ਬਹੁਤ ਹੀ ਗੰਭੀਰ ਜ਼ਰਾਇਤੀ ਸੰਕਟ ਪਿਆ ਹੈਗਾ। ਉਹ ਸੰਕਟ ਇਹ ਆ ਕਿ 86% ਦੇ ਕਰੀਬ ਸਾਡੇ ਜਿਹੜੇ ਕਿਸਾਨ ਨੇ ਉਹ 5 ਏਕੜ ਤੋਂ ਘੱਟ ਖੇਤੀ ਕਰਦੇ ਨੇ, ਔਰ 64% ਕਿਸਾਨ ਜਿਹੜੇ ਨੇ ਉਹ 2.5 ਏਕੜ ਤੋਂ ਘੱਟ ਏਰੀਏ 'ਤੇ ਖੇਤੀ ਕਰਦੇ ਨੇ ਪਰ ਕਿਸਾਨ। ਅਤੇ ਉਹਨਾਂ ਦੇ ਨਾਲ ਜਿਹੜੀ ਟੋਟਲ ਆਮਦਨ ਉਹਨਾਂ ਦੀ ਹੁੰਦੀ ਹੈ, ਉਹਨਾਂ ਦੇ ਸਾਰੇ ਸਾਧਨਾਂ ਤੋਂ, ਇਨਕਲੂਡਿੰਗ ਲੇਬਰ ਕਰਦੇ ਨੇ ਜਾਂ ਕਿਤੇ ਹੋਰ ਨੌਕਰੀ ਕਰਦੇ ਨੇ ਜਾਂ ਕਿਸੇ ਨੂੰ ਪੈਨਸ਼ਨ ਆਉਂਦੀ ਹੈ, ਅਤੇ ਉਹਨਾਂ ਦੀ ਸਾਰੇ ਸਾਧਨਾਂ ਤੋਂ ਆਮਦਨ ਜਿਹੜੀ ਆ ਉਹਨਾਂ ਦੇ ਖਰਚੇ ਤੋਂ ਘੱਟ ਹੈ। ਅਤੇ ਇਸ ਕਰਕੇ ਉਹ ਇੱਕ ਜਿਹੜੀ ਇਹਨੂੰ ਦੇ ਪਰਪੈਚੁਅਲ ਜਿਹੜਾ ਵਿਸ਼ੀਅਸ ਸਰਕਲ ਇੰਡੈਟਡਨੈਸ 'ਚ ਪਏ ਨੇ ਕਿ ਉਹ ਜੇ ਚਾਹੁਣ ਵੀ ਤਾਂ ਕਰਜ਼ੇ 'ਚੋਂ ਮੁਕਤੀ ਨਹੀਂ ਲਿਜਾ ਸਕਦੇ। ਅਤੇ ਕਰਜ਼ਾ ਜਿਹੜਾ ਹੈਗਾ, ਅਨਸਸਟੇਨੇਬਲ ਡੈਟ ਜਿਹੜਾ ਹੈ, ਉਹੀ ਕਿਸਾਨ ਆਤਮ ਹੱਤਿਆਵਾਂ ਦਾ ਇਮੀਡੀਏਟ ਕਾਰਨ ਬਣਦਾ ਰਿਹਾ। ਤੋ ਇਹ ਮੁੱਦੇ ਜਿਹੜੇ ਨਾਲ ਜਦੋਂ 3 ਆਰਡੀਨੈਂਸ ਆ ਗਏ, ਫਿਰ ਇਹਦੇ ਨਾਲ 2 ਮੁੱਦੇ ਹੋਰ ਜੁੜ ਗਏ। ਇੱਕ ਮੁੱਦਾ ਤਾਂ ਜੁੜ ਗਿਆ ਪਰਾਲੀ ਆਰਡੀਨੈਂਸ, ਜਿਹੜਾ ਕਿ ਬੜਾ ਇਹਨਾਂ ਨੇ ਕਾਫੀ ਹਾਈ ਹੈਂਡਡ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਿਸਾਨ ਦੇ ਖੇਤ 'ਚ ਜੇ ਕਿਸੇ ਨੇ ਆਪ ਉਹਨੇ ਜਾਂ ਕਿਸੇ ਨੇ ਤੇ ਕਾਰਨ ਕਰਕੇ ਅੱਗ ਲੱਗ ਗਈ ਹੈ ਤਾਂ ਉੱਤੇ 1 ਕਰੋੜ ਦਾ ਜੁਰਮਾਨਾ। ਤਾਂ 1 ਕਰੋੜ ਦਾ ਜੁਰਮਾਨਾ ਬੜਾ ਅਨਫੇਅਰ ਜਿਹੜਾ ਹੈ, ਅਤੇ ਉਹ ਮੁੱਦਾ ਰਲ ਗਿਆ। ਅਤੇ ਨਾਲ ਹੀ ਜਿਹੜਾ ਬਿਜਲੀ ਆਰਡੀਨੈਂਸ ਹੈ, ਉਹਦੇ 'ਚ ਕਿਸਾਨਾਂ ਨੂੰ ਲੱਗਿਆ ਕਿ ਸਾਡੀ ਸਬਸਿਡੀ ਜਿਹੜੀ ਹੈ ਟਿਊਬਵੈੱਲਾਂ ਦੀ ਉਹ ਜਾਏਗੀ, ਉਹ ਰਲ ਗਏ। ਜਦੋਂ ਇਹ ਮੂਵਮੈਂਟ ਬਿਲਡ ਹੋ ਜਾਂਦੀ ਹੈ ਅਤੇ ਇਹ ਮੂਵਮੈਂਟ ਦੇ ਵਿੱਚ ਫਿਰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦਾ ਮਸਲਾ ਵੀ ਐਡ ਹੁੰਦਾ ਹੈ। ਇਸ ਮੂਵਮੈਂਟ ਦੀ ਜਿਹੜੀ ਇੱਕ ਖਾਸ ਨਿਵੇਕਲੀ ਜਿਹੜੀ ਚੀਜ਼ ਹੈ, ਜੋ ਪਿਛਲੇ ਸਮੇਂ ਦੇ ਵਿੱਚ, ਪੁਰਾਣੇ ਸਮਿਆਂ 'ਚ ਤਾਂ ਨਜ਼ਰ ਆਉਂਦੀ ਸੀ ਲੇਕਿਨ ਪਿਛਲੇ 15-20 ਸਾਲ 'ਚੋਂ ਨਹੀਂ ਘੱਟ ਨਜ਼ਰ ਆਈ ਹੈ, ਉਹ ਹੈ ਕਿ ਔਰਤਾਂ ਦੀ ਵੱਡੀ ਪੱਧਰ 'ਤੇ ਸ਼ਮੂਲੀਅਤ। ਅਤੇ ਔਰਤਾਂ ਦੀ ਸ਼ਮੂਲੀਅਤ ਨੇ ਇਸ ਮੂਵਮੈਂਟ ਨੂੰ ਪੀਸਫੁਲ ਰੱਖਣ ਦੇ ਵਿੱਚ, ਇਸ ਮੂਵਮੈਂਟ 'ਤੇ ਡਿਸਿਪਲਿਨ ਕਾਇਮ ਕਰਨ ਦੇ ਵਿੱਚ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ।
ਤੇ ਇਹ ਜਿਹੜਾ ਜਦੋਂ ਇਹ ਮੂਵਮੈਂਟ ਚੱਲਦੀ ਹੈ ਤੇ ਇਹ ਫੈਸਲਾ ਕਰਕੇ ਚੱਲਦੇ ਨੇ ਕਿਸਾਨ ਕਿ ਸਾਡੇ 'ਤੇ ਜੇ ਬੇਸ਼ੱਕ ਤਸ਼ੱਦਦ ਹੋਵੇ ਤੇ ਅਸੀਂ ਵਾਇਲੈਂਸ ਨਹੀਂ, ਕਾਊਂਟਰ ਵਾਇਲੈਂਸ ਨਹੀਂ ਕਰਨੀ। ਤੇ ਜਦੋਂ ਹਰਿਆਣੇ ਵਿੱਚ ਲੰਘੇ ਨੇ ਤੇ ਉਹਨਾਂ ਨੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ ਤੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਲੰਗਰ ਵੀ ਛਕਾਇਆ ਹੈਗਾ। ਤੋ ਇਹ ਜਿਹੜਾ ਇੱਕ ਸਹਿਚਾਰ ਬਣਿਆ ਸਾਰੇ ਪ੍ਰੋਸੈਸ ਦੇ ਵਿੱਚ, ਉਹਨੇ ਮੂਵਮੈਂਟ ਨੂੰ ਕਾਫੀ ਬਲ ਬਖਸ਼ਿਆ। ਇਹ ਦੇਖ ਕੇ ਜਿਹੜੇ ਮੱਧ ਵਰਗ ਦੇ ਕੁਝ ਸੈਕਸ਼ਨ ਨੇ ਉਹਨਾਂ ਨੇ ਇਸ ਮੂਵਮੈਂਟ ਨੂੰ ਹਮਾਇਤ ਦਿੱਤੀ ਆ। ਇਹਦੇ ਵਿੱਚ ਕਲਾਕਾਰ ਨੇ, ਲੇਖਕ ਨੇ, ਬੁੱਧੀਜੀਵੀ ਨੇ ਔਰ ਆਰਟਿਸਟ ਨੇ, ਉਹਨਾਂ ਨੇ ਕਾਫੀ ਇਸ ਮੂਵਮੈਂਟ ਦਾ ਸਮਰਥਨ ਕੀਤਾ। ਇੱਥੇ ਪੰਜਾਬ ਔਰ ਦੇਸ਼ ਦੇ ਵਿੱਚ ਤਾਂ ਚਲੋ ਇੱਕ ਹਾਲਾਤ ਵੀ ਨੇ ਇਹੋ ਜਿਹੇ, 86% ਪਬਲਿਕ ਵੀ ਹੈ, ਬਾਕੀ ਨੇ ਵੀ ਦਿੱਤਾ। ਇਹਨੂੰ ਵਿਦੇਸ਼ਾਂ ਤੋਂ ਵੀ ਕਾਫੀ ਵੱਡੇ ਪੱਧਰ 'ਤੇ ਜਿਹੜੀ ਹੈ ਮਦਦ ਮਿਲੀ। ਇੱਕ ਤਾਂ ਪੰਜਾਬੀ ਡਾਇਸਪੋਰਾ ਤਾਂ ਸੀਗਾ ਹੀ, ਪਰ ਉਹਦੇ ਤੋਂ ਬਾਹਰ ਵੀ ਜਾ ਕੇ ਲੋਕ ਇਹਨੂੰ ਸਪੋਰਟ ਕਰ ਰਹੇ ਨੇ। ਉਹਦੇ ਪਿੱਛੇ ਕੀ ਰੀਜ਼ਨ ਦਿਖਦੇ? ਹਮੀਰ, ਇਹ ਜੇ ਤੁਸੀਂ ਡੇਟਾ ਦੇਖੋ ਨਾ ਅਮਰੀਕਨ ਇਕੋਨਮੀ ਦਾ, ਅਮਰੀਕਨ ਇਕੋਨਮੀ ਦੇ ਵਿੱਚ ਕਿਸਾਨੀ ਜਿਹੜਾ ਹੈ ਉਹਦਾ ਪਿਛਲੇ 25-30 ਸਾਲਾਂ 'ਚ ਕਾਫੀ ਘਾਣ ਹੋਇਆ। ਕਾਫੀ ਲੱਖਾਂ ਦੀ ਗਿਣਤੀ 'ਚ ਕਿਸਾਨ ਖੇਤੀ ਛੱਡ ਗਏ ਨੇ। ਤੇ ਜਿਹੜੇ ਬਿਲ ਗੇਟ ਹੈ ਉਹਨੇ 27 ਲੱਖ ਏਕੜ ਜ਼ਮੀਨ ਖਰੀਦੀ ਆ। ਇਸੇ ਤਰ੍ਹਾਂ ਹੋਰ 6-7 ਨੇ, ਮੈਂ ਕੈਲਕੂਲੇਟ ਕੀਤੇ ਸੀ, ਨਾ ਮੈਂ ਐਗਜ਼ੈਕਟਲੀ ਯਾਦ ਨਹੀਂ ਮੈਨੂੰ, ਕਿ ਜੇ 4-5 ਉਹ ਘਰਾਣੇ ਲੈ ਲਈਏ ਤੇ ਜਿੰਨੀ ਅੱਜ ਪੰਜਾਬ ਦੀ ਸਾਰੀ ਜ਼ਮੀਨ ਹੈ ਨਾ ਉਹਦੇ ਮਾਲਕ ਬਣ ਗਏ ਨੇ। ਤੋ ਕਿਸਾਨਾਂ ਨੂੰ ਲੱਗਿਆ ਕਿ ਜਿਹੜੇ ਉੱਥੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਲੱਗਿਆ ਕਿ ਇਹ ਮੂਵਮੈਂਟ ਸਾਡੀ ਵੀ ਮੂਵਮੈਂਟ ਹੈ। ਇਸ ਕਰਕੇ ਉਹ ਕਿਸਾਨਾਂ ਨੇ ਕਾਫੀ ਸਪੋਰਟ ਕੀਤੀ ਹੈ ਔਰ ਜਿਹੜੀ ਸਾਡਾ ਡਾਇਸਪੋਰਾ ਹੈ ਉਹਨਾਂ 'ਤੇ ਸਪੋਰਟ ਕੀਤੀ ਹੈ। ਤੇ ਨਾਲ ਦੇਖਣ 'ਚ ਆਇਆ ਕਿ ਜਿਹੜੀ UN ਕਮਿਸ਼ਨ ਔਨ ਹਿਊਮਨ ਰਾਈਟਸ ਹੈ ਉਹਦੇ ਵੱਲੋਂ ਇਸ ਮੂਵਮੈਂਟ ਨੂੰ ਸਮਰਥਨ ਮਿਲਿਆ ਹੈਗਾ ਕਿ ਜਿੱਦਾਂ ਇਹਨਾਂ ਨੇ ਕਿੱਲ ਠੋਕੇ ਨੇ, ਰਸਤੇ ਰੋਕੇ ਨੇ, ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਹੈ। ਔਰ ਜਿਹੜਾ 26 ਜਨਵਰੀ ਨੂੰ ਘਟਨਾਵਾਂ ਹੋਈਆਂ ਨੇ ਉਹਦੇ 'ਚ ਜਿਹੜੀ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਛੱਡ ਕੇ ਬਹੁਤ ਸਾਰੀ ਥਾਈਂ ਲਾਠੀਚਾਰਜ ਕੀਤਾ ਤੇ ਉੱਥੇ ਬੰਦਿਆਂ ਨੂੰ ਨਜਾਇਜ਼ ਜਿਹੜਾ ਹੈ ਅਰੈਸਟ ਕੀਤਾ। ਤੋ ਇਹ ਲਿਸਟ ਹੁਣ ਬਾਹਰ ਆ ਗਈ ਹੈ ਕਿ ਕਾਫੀ ਬੰਦੇ ਇਹਨਾਂ ਨੇ ਅਰੈਸਟ ਕੀਤੇ, ਰਿਪਰੈਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਮੂਵਮੈਂਟ ਦੀ ਲੇਬਲਿੰਗ ਕੀਤੀ ਇਹਨਾਂ ਨੇ ਕਿ ਇਹ ਕਦੀ ਕਹਿੰਦੇ ਖਾਲਿਸਤਾਨੀ ਆ, ਕਿਤੇ ਟੁਕੜੇ ਟੁਕੜੇ ਗੈਂਗ ਹੈ, ਕਿਤੇ ਉਹਨਾਂ ਨੇ ਐਂਟੀ ਨੈਸ਼ਨਲ ਕਿਹਾ। ਤਾਂ ਇਹ ਜਿਹੜਾ ਇੱਕ ਸੈਕਸ਼ਨ ਆਫ ਮਿਡਲ ਕਲਾਸ ਹੈ, ਕਿ ਮੈਂ ਸਮਝਦਾ ਕਿ ਜਿਹੜਾ ਸਿੱਖ ਨਹੀਂ ਹੈ ਲੇਕਿਨ ਕੌਨਸ਼ੀਅਸ ਸੈਕਸ਼ਨ ਹੈ, ਉਹਦੇ ਵੱਲੋਂ ਵੀ ਥੋੜ੍ਹੀ ਜਿਹੀ ਸਪੋਰਟ ਆਈ ਹੈ ਦਿੱਲੀ ਦੇ ਵਿੱਚੋਂ। ਅਤੇ ਇਹਦੇ ਨਾਲ ਇਹ ਮੂਵਮੈਂਟ ਜਿਹੜੀ ਆ ਉਹਦੀ ਸਸਟੇਨੇਬਿਲਿਟੀ ਬਣ ਗਈ। ਦੂਸਰਾ ਕਿ ਜਿੰਨੀ ਇਹਨੂੰ ਸਪੋਰਟ ਆਈ ਕਿ ਗੌਰਮੈਂਟ ਇੱਕ ਸਟੇਜ 'ਤੇ ਡੰਡੇ ਮਾਰ ਕੇ ਇਹਨਾਂ ਨੂੰ ਭਜਾਉਣਾ ਚਾਹੁੰਦੀ ਸੀ। ਤੋ ਇੰਟਰਨੈਸ਼ਨਲ ਪ੍ਰੈਸ਼ਰ ਕਰਕੇ ਔਰ ਵਾਈਡ ਸਪੋਰਟ ਆਫ ਦਿਸ ਮੂਵਮੈਂਟ ਕਰਕੇ ਉਹ ਜਿਹੜੀ ਹੈ ਸਰਕਾਰ ਇਸ ਨੀਤੀ 'ਤੇ ਚੱਲ ਨਹੀਂ ਸਕੀ। ਹੁਣ ਤੱਕ 11 ਵਾਰ ਗੱਲ ਹੋਈ ਸੀ, 22 ਜਨਵਰੀ ਤੋਂ ਬਾਅਦ ਮੁੜ ਕੇ ਡੈਡਲੌਕ ਹੈ, ਕੋਈ ਗੱਲ ਨਹੀਂ ਹੋ ਰਹੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਇੱਕ ਟਾਈਪ ਦਾ ਐਵੇਂ ਕਹਿ ਵੀ ਦਿੱਤਾ ਵੀ ਇੱਕ ਫੋਨ ਕਾਲ ਦੌਰਾਨ ਸੀ, ਜਦ ਮਰਜ਼ੀ ਗੱਲ ਕਰ ਲਾਂਗੇ। ਅਤੇ ਹੁਣ ਉਹ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਨਵੀਂ ਪ੍ਰਪੋਜ਼ਲ ਆਏਗੀ ਤਾਂ ਗੱਲ ਕਰਾਂਗੇ। ਨਾਰਮਲੀ ਤਾਂ ਇਹੀ ਹੁੰਦਾ ਕਿ ਗੌਰਮੈਂਟ ਦੇ ਪਾਸਿਓਂ ਹੀ ਕੁਛ ਨਾ ਕੁਛ ਆਉਣਾ, ਕਿਉਂਕਿ ਗੌਰਮੈਂਟ ਤੋਂ ਹੀ ਲੈਣਾ ਚਾਹੁੰਦੇ ਨੇ ਜਾਂ ਬਾਕੀ ਹੈ। ਅਤੇ ਜਿਹੜਾ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਸੀ ਕਿ 1.5 ਸਾਲ ਸਸਪੈਂਡ ਕਰਾ ਲਓ ਅਤੇ ਇੱਕ ਕਮੇਟੀ ਬਣਾ ਦਿੰਦੇ ਆ, ਅਤੇ ਇਹਦੇ 'ਤੇ ਵੀ ਵੱਖ-ਵੱਖ ਤਰ੍ਹਾਂ ਦੀ ਚਰਚਾ ਹੈ ਕਿ 100% ਰਿਪੀਲ ਤੋਂ ਘੱਟ ਨਹੀਂ ਆਉਣਾ ਜਾਂ ਆਉਣਾ ਹੈ, ਜਾਂ ਕਿਸੇ 'ਤੇ ਕੋਈ ਐਗਰੀਮੈਂਟ ਸੰਭਵ ਹੈ। ਉਹਨੂੰ ਕਿਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ? ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਸਰਕਾਰ ਦੀ ਇਹ ਡਿਮਾਂਡ ਹੈ ਕਿ ਇਹ ਕਿਸਾਨ ਜਥੇਬੰਦੀਆਂ ਪ੍ਰਪੋਜ਼ਲ ਦੇਣ, ਇਹ ਤਾਂ ਗਲਤ ਹੈ। ਜਿਹੜੀਆਂ ਨੈਗੋਸ਼ੀਏਸ਼ਨ ਦਾ ਮਤਲਬ ਇਹ ਆ ਕਿ ਗੱਲਬਾਤ ਰਾਹੀਂ ਕੰਸੈਂਸਸ ਕੱਢਿਆ ਜਾਏਗਾ। ਨਾਲੇ ਉਹ ਕਿਉਂ ਚਾਹੁੰਦੇ ਨੇ ਕਿ ਕਿਸਾਨ ਜਿਹੜੇ ਆਪਣੇ ਸਾਰੇ ਕਾਰਡ ਜਿਹੜੇ ਆ ਪਹਿਲਾਂ ਖੋਲ੍ਹਣ ਸਰਕਾਰ ਨਾਲ ਗੱਲਬਾਤ ਤੋਂ। ਔਰ ਸਰਕਾਰ ਕਿਉਂ ਇਸ ਗੱਲ 'ਤੇ ਅੜੀ ਆ ਕਿ ਅਸੀਂ ਇਸ ਤੋਂ 1.5 ਸਾਲ ਤੋਂ ਨਹੀਂ ਵਧਾਉਣਾ ਅਤੇ ਇਹ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਅਸੀਂ ਨਹੀਂ ਦੇ ਸਕਦੇ। ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ 'ਤੇ ਫਲੈਕਸੀਬਲ ਰਹਿਣਾ ਚਾਹੀਦਾ ਹੈ, ਕਿਉਂਕਿ ਜਿੰਨਾ ਕਿਸਾਨਾਂ ਸਿਰ ਕਰਜ਼ਾ ਹੈ ਉਸ ਤੋਂ ਕਈ ਗੁਣਾ 10 ਗੁਣਾ ਕਿਸਾਨਾਂ ਨੂੰ ਨੁਕਸਾਨ ਹੋਇਆ ਜਦੋਂ 21 ਫਸਲਾਂ ਦਾ ਉਹਨਾਂ ਨੂੰ ਭਾਅ ਨਹੀਂ ਮਿਲਿਆ, ਮਿਨੀਮਮ ਸਪੋਰਟ ਪ੍ਰਾਈਸ 'ਤੇ ਘੱਟ ਮਿਲਿਆ ਹੈਗਾ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਗੱਲਾਂ ਜਿਹੜੀਆਂ ਨੇ ਇੰਟਰਕਨੈਕਟਡ ਨੇ। ਔਰ ਨਾਲ ਇਹ ਜਿਹੜੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹਨੇ ਇਕੱਲੇ ਕਿਸਾਨਾਂ ਨੂੰ ਨਹੀਂ, ਉਹਨੇ ਖੇਤ ਮਜ਼ਦੂਰਾਂ ਨੂੰ, ਮੱਧ ਵਰਗ ਨੂੰ, ਸਾਰੇ ਕੰਜ਼ਿਊਮਰ ਨੂੰ ਬੁਰੀ ਤਰ੍ਹਾਂ ਅਫੈਕਟ ਕਰਨਾ ਹੈਗਾ। ਤੋ ਇਸ ਕਰਕੇ ਸਰਕਾਰ ਜਿਹੜੀ ਆ ਉਹਨੂੰ ਐਡਾਮੈਂਟ ਨਹੀਂ ਹੋਣਾ ਚਾਹੀਦਾ।
ਦੂਸਰੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਦਾ ਇਹ ਤਰਕ ਹੈ ਕਿ FCI ਜਿਹੜੀ ਹੈ ਬੜੀ ਨਿਕੰਮੀ ਹੈ, FCI ਜਿਹੜੀ ਹੈ ਇਨਐਫੀਸ਼ੀਐਂਟ ਹੈ, ਅਤੇ ਜੇ ਇਨਐਫੀਸ਼ੀਐਂਟ ਹੈ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨੂੰ ਐਫੀਸ਼ੀਐਂਟ ਬਣਾਏ, ਉਹਦੇ 'ਚ ਸੁਧਾਰ ਕਰੇ ਔਰ ਸੁਧਾਰ ਕਰਕੇ ਜਿਹੜਾ ਹੈ ਉਹਨੂੰ ਠੀਕ ਕਰੇ। ਜੇ ਸੀਲੋਸ ਜਿਹੜੇ ਨੇ ਉਹ ਪ੍ਰਾਈਵੇਟ ਸੈਕਟਰ ਬਣਾ ਸਕਦੇ ਨੇ, ਸਰਕਾਰ ਕਿਉਂ ਨਹੀਂ ਬਣਾ ਸਕਦੀ? ਸਟੇਟ ਗੌਰਮੈਂਟਾਂ ਕਿਉਂ ਨਹੀਂ ਬਣਾ ਸਕਦੀਆਂ? ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੁਛ ਸਰਕਾਰ ਵੱਲੋਂ ਕਰਨ ਦੀ ਲੋੜ ਹੈ, ਅਤੇ ਜਿਹੜੀ ਪਬਲਿਕ ਸੈਕਟਰ ਦੇ ਯੂਨਿਟ ਨੇ ਉਹ ਜਵਾਬਦੇਹ ਨੇ ਪਾਰਲੀਮੈਂਟ ਨੂੰ। ਲੇਕਿਨ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਤਾਂ ਕਿਸੇ ਨੂੰ ਜਵਾਬਦੇਹ ਨਹੀਂ ਹੈ। ਉਹਨਾਂ ਨੇ ਜੇ ਨਹੀਂ ਖਰੀਦਿਆ ਅਨਾਜ ਤਾਂ ਉਹਨਾਂ ਨੂੰ ਕੋਈ ਪੁੱਛੇਗਾ ਤਾਂ ਉਹ ਕਹਿਣਗੇ ਸਾਡੇ ਕੋਲ ਡਿਮਾਂਡ ਨਹੀਂ ਹੈ। ਤਾਂ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਸਰਕਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਇਹ ਗਲਤ ਹੈ, ਔਰ ਜਿਹੜਾ ਇਹ 1.5 ਸਾਲ ਦਾ ਟਾਈਮ ਕਹਿ ਰਹੇ ਨੇ ਉਹ ਬੜਾ ਚਲਾਕੀ ਵਾਲੀ ਗੱਲ ਹੈ, ਕਿਉਂਕਿ ਇਹ ਸਮਝਦੇ ਨੇ ਕਿ 1.5 ਸਾਲ ਦੇ ਟਾਈਮ ਤੋਂ ਬਾਅਦ ਇਹ ਮੂਵਮੈਂਟ ਬੰਦ ਹੋ ਜਾਏਗੀ, ਮੁੜ ਕੇ ਐਡੀ ਵੱਡੀ ਮੂਵਮੈਂਟ ਖੜੀ ਨਹੀਂ ਹੋਣੀ, ਅਤੇ ਮੁੜ ਕੇ ਅਸੀਂ ਇਹਨਾਂ ਜਿਹੜੇ ਐਕਟ ਨੇ ਐਸ ਸੱਚ ਉਹਨਾਂ ਨੂੰ ਲਾਗੂ ਕਰ ਦਾਂਗੇ। ਸੋ ਇਹ ਮੈਂ ਸਮਝਦਾ ਕਿ ਐਟੀਟਿਊਡ ਗਲਤ ਹੈ, ਔਰ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦਾ ਜਿਹੜਾ ਸੰਕਟ ਹੈ, ਕਿਸਾਨੀ ਦਾ ਸੰਕਟ ਹੈ, ਉਹਨੂੰ ਕਿਸੇ ਤਰ੍ਹਾਂ ਵੀ ਹੱਲ ਕਰਨ 'ਚ ਸਹਾਈ ਨਹੀਂ ਹੁੰਦੇ। ਕਿਸਾਨੀ ਸੰਕਟ ਜਿਹੜਾ ਹੋਰ ਗਹਿਰਾ ਹੋ ਜਾਏਗਾ ਇਹਦੇ ਨਾਲ, ਔਰ ਕਿਸਾਨ ਜਿਹੜੇ ਨੇ ਉਹਨਾਂ ਦੀ ਜ਼ਮੀਨ ਵੀ ਜਾਏਗੀ। ਕਿ ਮੈਂ ਜਿਹੜੀ ਪਿਛਲੇ ਡਿਬੇਟ 'ਚ ਗੱਲ ਨਹੀਂ ਆਈ ਹੈਗੀ ਕਿ ਕਹਿੰਦੇ ਨਾ ਵੀ ਅਸੀਂ ਲਿਖ ਦਿੱਤਾ ਕਿ ਜਿਹੜਾ ਕੰਟਰੈਕਟ ਐਕਟ ਹੈ ਉਸ 'ਚ ਕਿਸਾਨਾਂ ਦੀ ਜ਼ਮੀਨ ਨਹੀਂ ਜਾਏਗੀ, ਲੇਕਿਨ ਭੜੂਏ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਜਾਂ ਕੋਈ ਵੀ ਜ਼ਮੀਨ ਹੈ ਉਹਦੀ ਜਿਹੜੀ ਵੇਚ ਖਰੀਦ ਹੈ ਉਹ ਰਜਿਸਟ੍ਰੇਸ਼ਨ ਐਕਟ 1908 ਦੇ ਤਹਿਤ ਹੁੰਦੀ ਆ, ਔਰ ਕੋਈ ਵੀ ਬੰਦਾ ਆਪਣੀ ਜ਼ਮੀਨ ਵੇਚ ਸਕਦਾ, ਕੋਈ ਬੰਦਾ ਉਹਦੀ ਜ਼ਮੀਨ ਖਰੀਦ ਸਕਦਾ, ਅਤੇ ਜ਼ਮੀਨ ਕਿਸਾਨ ਉਦੋਂ ਵੇਚਦਾ ਜਦੋਂ ਡੀਪ ਕ੍ਰਾਈਸਿਸ 'ਚ ਹੁੰਦਾ ਹੈ। ਤੋ ਇਸ ਐਕਟ ਨਾਲ ਥੋੜ੍ਹੀ ਜ਼ਮੀਨ ਵਿਕਣੀ ਆ, ਜ਼ਮੀਨ ਤਾਂ ਵਿਕਣੀ ਆ ਰਜਿਸਟ੍ਰੇਸ਼ਨ ਐਕਟ ਆਫ 1908। ਸੋ ਇਸ ਕਰਕੇ ਇਹ ਜਿਹੜਾ ਤਰਕ ਹੈ ਗੌਰਮੈਂਟ ਦਾ ਉਹ ਗਲਤ ਹੈ, ਔਰ ਕਿਸਾਨੀ ਦਾ ਸੰਕਟ ਜਿਉਂ-ਜਿਉਂ ਗਹਿਰਾ ਹੋਏਗਾ ਅਤੇ ਕਾਫੀ ਕਿਸਾਨ ਖੇਤੀ 'ਚੋਂ ਬਾਹਰ ਹੋਣਗੇ, ਅਤੇ ਜਦੋਂ ਕਿਸਾਨ ਖੇਤੀ 'ਚੋਂ ਬਾਹਰ ਹੋਣਗੇ ਅਤੇ ਸਰਕਾਰ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈ ਕਿ ਉਹਨਾਂ ਨੂੰ ਕਿਹੋ ਜਿਹਾ ਰੁਜ਼ਗਾਰ ਦੇਣਾ ਹੈ। ਇਸ ਵੇਲੇ ਜਿਹੜੀ ਆਰਥਿਕਤਾ ਦੀ ਹਾਲਤ ਹੈ ਕਿ ਅਸੀਂ ਫਰੋਮ ਜੋਬਲੈਸ ਗਰੋਥ ਟੂ ਜੋਬ ਲਾਸ ਗਰੋਥ 'ਚ ਪਹੁੰਚੇ ਹਾਂ, ਕਿ ਪਰ ਕੈਪੀਟਾ ਇਨਕਮ ਵੱਧਦੀ ਆ, ਨੈਸ਼ਨਲ ਇਨਕਮ ਵੱਧਦੀ ਆ, ਲੇਕਿਨ ਜੋਬਸ ਘਟਦੇ ਨੇ, ਕਿਉਂਕਿ ਪ੍ਰਸੀਜਨ ਟੈਕਨੋਲੋਜੀ ਆ ਗਈ ਹੈ, ਆਟੋਮੇਸ਼ਨ ਹੋ ਗਈ ਹੈ, ਕੰਪਿਊਟਰਾਈਜੇਸ਼ਨ ਹੋ ਗਈ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਗਈ ਆ, ਤਾਂ ਰੁਜ਼ਗਾਰ ਨਹੀਂ ਵੱਧ ਰਿਹਾ। ਤਾਂ ਜੇ ਖੇਤੀ 'ਚੋਂ ਅਸੀਂ ਹੁਣ ਇਹਨਾਂ ਨੂੰ ਬਾਹਰ ਕੱਢ ਦਿੰਦੇ ਹਾਂ ਤਾਂ ਇਹ ਕੀ ਕਰਨਗੇ? ਇਹ ਜੇ ਸਰਕਾਰ ਕੋਈ ਵੀ ਪਾਲਿਸੀ ਬਣਾਉਂਦੀ ਆ ਤਾਂ ਉਹਨਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਆ। ਦੂਸਰੀ ਗੱਲ ਹੈ ਕਿ ਕੋਈ ਵੀ ਕਿਸੇ ਵੀ ਲਾਅ ਨੂੰ ਪੜ੍ਹ ਕੇ ਦੇਖੋ, ਉਸ ਲਾਅ 'ਚ ਇਹ ਨਹੀਂ ਲਿਖਿਆ ਹੁੰਦਾ ਕਿ ਜਿਹੜਾ ਹੈ ਇਹਦਾ ਆਹ ਨੁਕਸਾਨ ਹੋਏਗਾ, ਇਹ ਤਾਂ ਬਾਅਦ ਵਿੱਚ ਪਤਾ ਲੱਗਦਾ ਹੈਗਾ, ਅਤੇ ਇਹ ਅਸੈਸਮੈਂਟ ਜਿਹੜੀ ਹੈ ਇਹ ਰਿਸਰਚ ਸਟੱਡੀਜ਼ ਦੇ ਸਕਦੀਆਂ ਨੇ। ਤੋ ਇਸ ਕਰਕੇ ਜਿਹੜਾ ਧਾਰਨਾ ਸਰਕਾਰ ਦੀ ਹੈ ਕਾਫੀ ਗਲਤ ਧਾਰਨਾ ਹੈ, ਔਰ ਕਿਸਾਨਾਂ ਦੀ ਜ਼ਮੀਨ ਵਿਕੇਗੀ ਇਸ ਪ੍ਰੋਸੈਸ ਦੇ ਵਿੱਚ। ਅਤੇ ਹੁਣ ਹਾਲਾਂਕਿ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੈ, ਫਿਰ ਵੀ ਨਵੀਆਂ ਸ਼ਰਤਾਂ ਜਿਹੜੀਆਂ ਨੇ, ਜਿਵੇਂ ਹੁਣ FCI ਨੇ ਲੈਟਰ ਲਿਖਤਾ ਪੰਜਾਬ ਨੂੰ ਕਿ ਤੁਸੀਂ ਉਹਨਾਂ ਫਾਰਮਰਜ਼ ਦੀ ਜ਼ਮੀਨ ਦੀਆਂ ਫਰਦਾਂ ਵੀ ਦਿਓ ਤਾਂ ਅਸੀਂ ਖਰੀਦਾਂਗੇ, ਕਿਉਂਕਿ ਅਸੀਂ ਹੁਣੇ ਡਾਇਰੈਕਟ ਪੇਮੈਂਟ ਸ਼ੁਰੂ ਕਰਨੀ ਹੈ। ਇਹਦਾ ਮਤਲਬ ਟਕਰਾਅ ਵਧਾਉਣ ਦੇ ਹੀ ਤਰੀਕੇ ਨੇ, ਜਾਂ ਕੋਈ ਇਹਦਾ ਕੋਈ ਨੀਤੀਗਤ ਫੈਸਲਾ ਮਤਲਬ ਫਾਇਦਾ ਵੀ ਹੋਣ ਵਾਲਾ ਹੈ? ਨਹੀਂ, ਇਹਦਾ ਨੁਕਸਾਨ ਹੋਏਗਾ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਡੇਟਾ ਨਾਲ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਓਨਰਸ਼ਿਪ ਹੋਲਡਿੰਗ ਨੇ, ਜਿਨ੍ਹਾਂ ਦੇ ਨਾਂ 'ਤੇ ਜ਼ਮੀਨ ਹੈ, ਮੇਰੇ ਨਾਂ 'ਤੇ ਵੀ ਕਿੱਲਾ ਜ਼ਮੀਨ ਹੋਏਗੀ, ਤੁਹਾਡੇ ਨਾਂ 'ਤੇ ਕੁਛ ਜ਼ਮੀਨ ਹੋ ਸਕਦੀ ਹੈ, ਬਹੁਤ ਸਾਰੇ ਜਿਹੜੇ ਸ਼ਹਿਰਾਂ 'ਚ ਬੰਦੇ ਬੈਠੇ ਨੇ ਉਹਨਾਂ ਦੇ ਨਾਂ 'ਤੇ ਜ਼ਮੀਨ ਹੈ, ਲੇਕਿਨ ਜਿਹੜੇ ਇਹੋ ਜਿਹਾ ਨੰਬਰ ਹੈ ਓਨਰਸ਼ਿਪ ਹੋਲਡਿੰਗ ਦਾ ਉਹ 26-27 ਲੱਖ ਹੈ, ਲੇਕਿਨ ਜਿਹੜੇ ਐਕਚੁਅਲ ਖੇਤੀ ਕਰਦੇ ਨੇ 9.5 ਲੱਖ ਨੇ। ਇਹਦਾ ਮਤਲਬ ਹੈ ਕਿ ਬਹੁਤੇ ਜਿਹੜੇ ਛੋਟੇ ਜ਼ਮੀਨ ਦੇ ਮਾਲਕ ਨੇ ਉਹ ਆਪਣੀ ਜ਼ਮੀਨ ਹਿੱਸੇ ਠੇਕੇ ਤੇ ਦੇ ਦਿੰਦੇ ਨੇ, ਅਤੇ ਹਿੱਸੇ ਠੇਕੇ 'ਤੇ ਜਦੋਂ ਜ਼ਮੀਨ ਦਿੰਦੇ ਨੇ ਅਤੇ ਫਰਦਾਂ ਜਿਹੜੀਆਂ ਨੇ ਉਹ ਤਾਂ ਉਹਨਾਂ ਦੇ ਨਾਂ 'ਤੇ ਹੋਣਗੇ ਜਿਹੜੇ ਜ਼ਮੀਨ ਦੇ ਮਾਲਕ ਨੇ, ਖੁਦ ਕਾਸ਼ਤ ਨੇ। ਤਾਂ ਇਸ ਕਰਕੇ ਜਿਹੜਾ ਪੇਮੈਂਟ ਹੈ ਉਹ ਤਾਂ ਉਹਨੂੰ ਆਏਗੀ ਜਿਹੜਾ ਮਾਲਕ ਹੈ। ਸੈਕੰਡਲੀ ਜਿਹੜਾ ਕਿਸਾਨ ਜਿਹੜਾ ਹੈ ਜਾਂ ਖੇਤੀ ਕਰਨ ਵਾਲਾ ਬੰਦਾ, ਆਪਣੀ ਜ਼ਮੀਨ 5-10 ਏਕੜ ਹੈ ਲੇਕਿਨ ਖੇਤੀ 100 ਏਕੜ 'ਤੇ ਕਰਦਾ, ਉਹਦੇ ਕੋਲ ਫਿਰ ਇਹਨਾਂ ਨੇ 5 ਏਕੜ ਦੀ ਜਿਹੜੀ ਹੈ ਉਹ ਫਸਲ ਖਰੀਦਣੀ ਆ। ਇਹ ਇੱਕ ਤਰੀਕਾ ਹੈ ਜਿਹਦੇ ਨਾਲ ਪ੍ਰੋਕਿਉਰਮੈਂਟ ਘਟਾਉਣਾ ਚਾਹੁੰਦੇ ਨੇ। ਸੋ ਇੱਕ ਚਲਾਕੀ ਆ। ਇੱਕ ਤਾਂ ਪੰਜਾਬ ਨੂੰ ਤੰਗ ਕਰਨ ਵਾਲੀ ਗੱਲ ਹੈ ਕਿ ਪੰਜਾਬ 'ਚ ਪ੍ਰੋਬਲਮ ਹੈ, ਪੰਜਾਬ ਨੂੰ ਹੀ ਲੈਟਰ ਲਿਖਿਆ ਨਾ, ਬੜਾ ਸਖਤ ਲੈਟਰ ਲਿਖਿਆ ਹੈਗਾ। ਦੂਸਰਾ, ਬਹੁਤ ਸਾਰੀਆਂ ਸਟੇਟਾਂ ਵਿੱਚ ਤਾਂ ਪ੍ਰੋਕਿਉਰਮੈਂਟ ਪ੍ਰੋਪਰ ਹੁੰਦੀ ਨਹੀਂ ਹੈ, ਤੋ ਇਸ ਕਰਕੇ ਇਹ ਇੱਕ ਨਜਾਇਜ਼ ਤਰੀਕਾ ਹੈਗਾ। ਗਰਾਊਂਡ ਰਿਐਲਿਟੀ ਇਹਦੇ ਨਾਲ ਬਹੁਤ ਡਿਫਰੈਂਟ ਹੈ। ਹਰਿਆਣੇ 'ਚ ਵੀ 7-8% ਏਰੀਆ ਜਿਹੜਾ ਹੈ ਉਹ ਠੇਕੇ 'ਤੇ ਜ਼ਮੀਨ ਚੜ੍ਹਦੀ ਹੈਗੀ ਆ। ਸਾਰੇ ਹਿੰਦੁਸਤਾਨ 'ਚ 8-10% ਹੈ,
ਔਰ ਸਟੇਟਸ ਲਾਈਕ ਜਿਹੜੇ ਹੈਗੀ ਆ ਆਂਧਰਾ ਪ੍ਰਦੇਸ਼ ਐਂਡ ਉਹਦੇ ਨਾਲੋਂ ਅੱਡ ਜਿਹੜਾ ਸੂਬਾ ਹੋਇਆ ਹੈਗਾ ਤੇਲੰਗਾਨਾ, ਉੱਥੇ 30-35% ਜ਼ਮੀਨ ਜਿਹੜੀ ਆ ਠੇਕੇ 'ਤੇ ਚੜ੍ਹਦੀ ਆ। ਤਾਂ ਉੱਥੇ ਜਿਹੜੇ ਟੈਨੈਂਟਸ ਨੇ ਉਹਨਾਂ ਨੂੰ ਇਹਨਾਂ ਨੇ ਇਹ 'ਚੋਂ ਬਾਹਰ ਕੱਢ ਦਿੱਤਾ ਹੈ। ਤਾਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰਾਨਾ ਇਹ ਕੰਮ ਕੀਤਾ ਗਿਆ ਹੈ ਔਰ ਇਹਦੇ ਨਾਲ ਮੁਲਕ ਦੇ ਵਿੱਚ ਹਾਹਾਕਾਰ ਮਚਣ ਦੇ ਚਾਂਸਿਸ ਵੱਧ ਜਾਂਦੇ ਨੇ। ਨਾਰਮਲੀ ਇਹ ਦੇਖਿਆ ਗਿਆ ਇਹ ਤੋਂ ਪਹਿਲਾਂ ਪੁਰਾਣੇ ਲੋਕ ਡਿਫਰੈਂਟ ਟਾਈਪ ਦੀ ਸਿਆਸਤ ਕਰਦੇ ਸੀ, ਲੋਕਾਂ ਦੇ ਨਾਲ ਜੁੜੀ ਹੋਈ ਸਿਆਸਤ। ਇਹ ਜਿਹੜਾ ਐਡਾ ਵੱਡਾ ਅੰਦੋਲਨ ਹੈ, ਕੀ ਇਹ ਇਸ ਗੱਲ ਦਾ ਪ੍ਰਤੀਕ ਵੀ ਹੈ ਕਿ ਟੋਟਲ ਸਿਆਸਤ ਤੋਂ ਹੀ ਨਾਖੁਸ਼ੀ ਹੈ, ਜਿਹੜੀਆਂ ਵੀ ਧਿਰਾਂ ਸਿਆਸਤ ਕਰਨਾ ਚਾਹੁੰਦੀਆਂ ਸੀ ਜਾਂ ਲੋਕਾਂ ਦਾ ਉਹਨਾਂ 'ਤੇ ਭਰੋਸਾ ਨਹੀਂ ਹੈ ਜਾਂ ਉਹਨਾਂ ਕੋਲ ਕੋਈ ਅਲਟਰਨੇਟਿਵ ਦਿਖਾਈ ਨਹੀਂ ਦਿੰਦਾ, ਚਾਹੇ ਖੇਤਰੀ ਪਾਰਟੀਆਂ ਨੇ ਚਾਹੇ ਬਾਕੀ ਨੇ। ਜਿਵੇਂ ਪੰਜਾਬ ਦੇ ਵਿੱਚ ਹੁਣ ਸਟਾਰਟ ਹੋ ਗਿਆ, 1 ਸਾਲ ਤੋਂ ਘੱਟ ਸਮਾਂ ਰਹਿ ਗਿਆ ਇਲੈਕਸ਼ਨ 'ਚ, ਹੁਣ ਉਹ ਆਪਦੇ ਕੈਂਡੀਡੇਟ ਅਨਾਊਂਸ ਕਰਨ ਲੱਗ ਗਏ, ਸਾਨੂੰ ਵੋਟ ਪਾਓ। ਬਿਨਾਂ ਕਿਸੇ ਅਲਟਰਨੇਟਿਵ ਪ੍ਰੋਗਰਾਮ ਦੇ ਕਿਹੋ ਜਿਹੀਆਂ ਸਰਕਾਰਾਂ ਬਣਨਗੀਆਂ ਜਾਂ ਲੋਕਾਂ ਦੀ ਉਮੀਦ ਕਿਵੇਂ ਉਹ ਬੁਝਾਉਣਗੀਆਂ ਕਿ ਅਸੀਂ ਤੁਹਾਡੀ ਪ੍ਰੋਬਲਮ ਹੱਲ ਕਰ ਸਕਦੇ ਹਾਂ? ਦੇਖੋ, ਜਿਹੜਾ ਸਾਡਾ ਸਿਆਸਤਦਾਨ ਹੈ ਨਾ, ਖਾਸ ਕਰਕੇ 90s ਦੇ ਵਿੱਚ ਉਹਦੇ ਸੁਭਾਅ 'ਚ, ਉਹਦੇ ਕਰੈਕਟਰ 'ਚ ਤਬਦੀਲੀ ਆ ਗਈ ਹੈ। ਪਹਿਲਾਂ ਲੋਕੀ ਸਿਆਸਤ ਜੁਆਇਨ ਕਰਦੇ ਸੀਗੇ ਕਿ ਚਲੋ ਸਾਡਾ ਇਨਫਲੂਐਂਸ ਵਧੇਗਾ, ਲੋਕਾਂ ਦੇ ਕੰਮਕਾਜ ਵੀ ਕਰਾਵਾਂਗੇ। ਅਤੇ ਇੱਕ ਪੰਜਾਬ ਦੇ ਵਿੱਚ ਕਲਚਰ ਸੀ ਜਿਹਨੂੰ ਜਥੇਦਾਰੀ ਕਲਚਰ ਕਹਿੰਦੇ ਸੀਗੇ, ਅਤੇ ਜਥੇਦਾਰ ਬੱਸ 'ਚ ਟਰੈਵਲ ਕਰਦੇ ਸੀਗੇ, ਬਹੁਤ ਵਾਰੀ ਕਿਰਾਇਆ ਵੀ ਆਪਣੀ ਜੇਬ 'ਚੋਂ ਖਰਚ ਕੇ ਬੰਦੇ ਦਾ ਕੰਮ ਕਰਾਉਂਦੇ ਸੀ। ਪਰ ਉਸ ਤੋਂ ਬਾਅਦ ਇਹ ਕਲਚਰ ਖਤਮ ਹੋ ਗਿਆ। ਹੁਣ ਜਿਹੜਾ ਬੰਦਾ ਲੀਡਰ ਬਣਦਾ ਹੈ ਉਹ ਪੈਸੇ ਕਮਾਉਣ ਦੀ ਚਾਹਤ ਨਾਲ ਬਣਦਾ, ਔਰ ਬਹੁਤ ਸਾਰੇ ਜਿਹੜੇ ਲੀਡਰ ਨੇ, ਜੇ ਤੁਸੀਂ ਵੀ ਆਪਣਾ ਧਿਆਨ ਮਾਰ ਕੇ ਦੇਖੋ ਤਾਂ ਇਹਨਾਂ ਨੇ ਪਿੰਡ 'ਚ ਆਪਣਾ ਘਰ ਰੱਖਿਆ, ਥੋੜ੍ਹੀ ਬਹੁਤੀ ਜ਼ਮੀਨ ਵੀ ਆ, ਲੇਕਿਨ ਇਹਨਾਂ ਦਾ ਮੇਜਰ ਆਮਦਨ ਦਾ ਸਾਧਨ ਕੋਈ ਹੋਰ ਹੈ। ਸੋ ਕਾਰੋਬਾਰ ਕੋਈ ਹੋਰ ਨੇ। ਤੋ ਇਸ ਕਰਕੇ ਇਹ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਜ਼ਿਆਦਾ ਇੰਟਰਸਟਡ ਨੇ ਰਾਦਰ ਦੈਨ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ। ਇਹਦੇ ਖਿਲਾਫ ਮੁਲਕ ਭਰ ਦੇ ਵਿੱਚ ਬਹੁਤ ਜਿਹੜੇ ਰਿਜ਼ੈਂਟਮੈਂਟ ਹੈ, ਔਰ ਇਹ ਪੰਜਾਬ 'ਚ ਹੀ ਨਹੀਂ ਹੈ, ਇਹ ਸਾਰੀਆਂ ਖੇਤਰੀ ਪਾਰਟੀ ਜਿਹੜੀਆਂ ਨੇ ਉਹ ਜਾਂ ਤਾਂ ਇੱਕ ਫੈਮਿਲੀ ਬੇਸਡ ਬਣ ਗਈਆਂ ਨੇ ਜਾਂ ਕਾਰਪੋਰੇਟ ਮਾਡਲ ਦੇ ਬੇਸ 'ਤੇ ਉਹਨਾਂ ਨੇ ਆਪਣਾ ਕੰਮ ਧੰਦਾ ਸ਼ੁਰੂ ਕਰ ਲਿਆ ਹੈਗਾ। ਤਾਂ ਪੰਜਾਬ 'ਚ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਅਕਾਲੀ ਦਲ ਹੈ, ਜਿਹੜਾ ਕਿ ਮੋਰ ਰਾਈਟਸ ਟੂ ਦਾ ਸਟੇਟਸ ਦੀ ਗੱਲ ਕਰਦਾ ਸੀਗਾ, ਉਹਨੇ ਇਨੀਸ਼ੀਅਲ ਰਾਊਂਡ ਦੇ ਵਿੱਚ ਇਹਨਾਂ ਆਰਡੀਨੈਂਸ ਦੀ ਸਪੋਰਟ ਕੀਤੀ ਆ। ਤੋ ਇਹ ਜਦੋਂ ਉਹਨਾਂ ਨੂੰ ਲੱਗਿਆ ਵੀ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਆ, ਤਾਂ ਫਿਰ ਛੱਡ ਕੇ ਆਏ ਨੇ। ਸੋ ਇਸ ਕਰਕੇ ਇਹ ਜਿਹੜੀ ਰਿਜ਼ੈਂਟਮੈਂਟ ਹੈ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਹੈ, ਉਹ ਹੈ ਸਟਾਈਲ ਆਫ ਫੰਕਸ਼ਨਿੰਗ ਆਫ ਪੋਲੀਟਿਕਸ। ਤੋ ਇਹ ਮੰਗ ਕਰਦੀ ਹੈ ਕਿ ਨਵੇਂ ਸਟਾਈਲ ਦੀ ਜਿਹੜੀ ਪੋਲੀਟਿਕਸ ਆ ਉਹ ਆਵੇ ਔਰ ਲੋਕਾਂ ਦੇ ਮਸਲਿਆਂ ਦੇ ਪ੍ਰਤੀ ਸੁਚੇਤ ਹੋਵੇ ਔਰ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਜਿਹੜੀ ਆ ਉਹਨਾਂ ਦੀ ਪੋਜੀਸ਼ਨ ਵੀ ਹੋਵੇ। ਜਿਵੇਂ ਹੁਣ ਕਹਿ ਦੇਣਾ ਕਿ ਮਤਲਬ ਅਸੀਂ ਲੋਕਾਂ ਦੀ ਬਿਜਲੀ ਅੱਧੀ ਕਰ ਦਿਆਂਗੇ, ਅੱਧਾ ਬਿੱਲ ਕਰ ਦਿਆਂਗੇ, ਜਾਂ ਫਲਾਣੀ ਫਸਲ ਦਾ ਜਿਹੜਾ ਭਾਅ ਸਟੇਟ ਗੌਰਮੈਂਟ ਦੇਵੇਗੀ, ਸਟੇਟ ਗੌਰਮੈਂਟ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ। ਅਤੇ ਇਸ ਸਿਚੁਏਸ਼ਨ ਦੇ ਵਿੱਚ ਮੇਰਾ ਖਿਆਲ ਆ ਜਿਹੜਾ ਲੋਕ ਲੁਭਾਊ ਨਾਅਰਿਆਂ ਤੋਂ ਵੀ ਲੋਕ ਤੰਗ ਆ ਚੁੱਕੇ ਨੇ। ਅਤੇ ਇਹ ਜਿਹੜਾ ਅੰਦੋਲਨ ਹੈ, ਇਹ ਮੈਂ ਸਮਝਦਾ ਕਿ ਨਵੀਂ ਪੋਲੀਟਿਕਸ ਦੀ ਰੋਸ਼ਨੀ ਦੀ ਇੱਕ ਕਿਰਨ ਹੈ ਔਰ ਇਹਨੂੰ ਆਪਾਂ ਨੂੰ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ ਨੇ। ਅਤੇ ਇਹ ਗੱਲ ਬਿਲਕੁਲ ਇਹ ਚਰਚਾ ਹੋ ਵੀ ਰਹੀ ਹੈ ਆਮ ਲੋਕਾਂ 'ਚ, ਫੀਲਡ 'ਚ ਵੀ ਹੈ, ਆਪਾਂ ਬਾਰਡਰ 'ਤੇ ਜਾਓ ਉੱਥੇ ਬੈਠੋ ਲੋਕਾਂ ਨਾਲ, ਉਹ ਵੀ ਨੇ ਵੀ ਕੀ ਐਡਾ ਵੱਡਾ ਅੰਦੋਲਨ ਜਿਹੜਾ ਚਾਹੇ ਉਹ ਆਰਥਿਕ ਮੁੱਦਿਆਂ 'ਤੇ ਲੜ ਰਿਹਾ ਹੈ, ਉਹ ਸਮਾਜਿਕ ਵੀ ਤਬਦੀਲੀ ਲਿਆ ਰਿਹਾ, ਲੋਕਾਂ ਦਾ ਮਾਈਂਡ ਵੀ ਬਦਲ ਰਿਹਾ ਹੈ, ਸੱਭਿਆਚਾਰਕ ਪੱਖ ਵੀ ਬਦਲ ਰਿਹਾ ਹੈ। ਤਾਂ ਉਹ ਸਿਆਸੀ ਤਬਦੀਲੀ ਕਿਹੋ ਜਿਹੀ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ? ਇੱਕ ਤਾਂ ਟਰੈਡੀਸ਼ਨਲ ਪਾਰਟੀਆਂ ਅਵੇਲੇਬਲ ਨੇ, ਇੱਕ ਲੋਕ ਇਹ ਕਰਦੇ ਨੇ ਕਿ ਜਦੋਂ ਜੋੜ ਕੇ ਦੇਖਦੇ ਨੇ ਵੀ ਅੰਨਾ ਮੂਵਮੈਂਟ ਦੇ ਵਿੱਚੋਂ ਇੱਕ ਪਾਰਟੀ ਇਮਰਜ ਹੋ ਗਈ ਸੀ, ਕਿ ਉਹੋ ਜਿਹੀ ਕੋਈ ਸੋਚ, ਉਹੋ ਜਿਹਾ ਕੋਈ ਸੰਭਾਵਨਾਵਾਂ ਪਈਆਂ ਨੇ? ਅਜੇ ਇਲੈਕਸ਼ਨ ਦਾ 1 ਸਾਲ ਪਿਆ। ਦੇਖੋ, ਗੱਲ ਇਹ ਆ ਕਿ ਜਿਹੜੇ ਅਜੇ ਇਹ ਕਹਿਣਾ ਕਾਫੀ ਮੁਸ਼ਕਿਲ ਹੈ, ਕਿਉਂਕਿ ਜੇ ਤੇ ਕਿਸਾਨ ਮੋਰਚਾ ਜਿਹੜਾ ਹੈਗਾ ਉਹ ਇਹ ਫੈਸਲਾ ਕਰੇ ਕਿ ਅਸੀਂ ਕੋਈ ਕਾਮਨ ਪਲੈਟਫਾਰਮ ਬਣਾ ਕੇ ਇਲੈਕਸ਼ਨ ਲੜਨੀ ਆ, ਤਾਂ ਅੱਜ ਦੀ ਡੇਟ 'ਚ ਇਲੈਕਸ਼ਨਾਂ ਜਿੱਤ ਜਾਣਗੇ। ਲੇਕਿਨ ਇਹਨਾਂ ਨੂੰ ਵੀ ਬੜਾ ਕਲੀਅਰਲੀ ਆਪਣਾ ਪ੍ਰੋਗਰਾਮ ਵਰਕਆਊਟ ਕਰਨਾ ਪਏਗਾ, ਨਹੀਂ ਤਾਂ ਜੇ ਇਹਨਾਂ ਦਾ ਇਹੀ ਵਰਤਾਰਾ ਰਿਹਾ, ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਵੀ ਅਸੀਂ ਇਲੈਕਸ਼ਨ 'ਚ ਹਿੱਸਾ ਨਹੀਂ ਲੈਣਾ, ਤਾਂ ਫਿਰ ਟਰਡੀਸ਼ਨਲ ਪਾਰਟੀਆਂ 'ਤੇ ਟੇਕ ਰੱਖਣੀ ਪੈਣੀ ਹੈ। ਅਤੇ ਟਰਡੀਸ਼ਨਲ ਪਾਰਟੀਆਂ ਦੇ ਵਿੱਚ ਇੱਕ ਤਾਂ ਅਕਾਲੀ ਦਲ ਨੂੰ ਥੋੜ੍ਹਾ ਸੇਕ ਲੱਗਿਆ, ਇਸ ਕਰਕੇ ਉਹ ਮੁੜ ਕੇ ਰੀਜਨਲ ਏਜੰਡੇ 'ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਾਂਗਰਸ ਵੀ ਜਿਹੜਾ ਥੋੜ੍ਹਾ ਬਹੁਤਾ ਚੁਕੰਨੀ ਹੋਈ ਹੈ, ਕੋਈ 2-3 ਐਕਟ ਇਹੋ ਜਿਹੇ ਪਾਸ ਕੀਤੇ ਨੇ ਜਿਹਦੇ 'ਚ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਜਿਹੜੀ ਸਰਕਾਰੀ ਜ਼ਮੀਨਾਂ ਨੇ ਜਿਹ 'ਤੇ ਕਿਸਾਨ 12 ਸਾਲ ਤੋਂ ਖੇਤੀ ਕਰ ਰਹੇ, ਉਹ ਕਿਸਾਨਾਂ ਨੂੰ ਜਿਹੜੀ ਹੈ 5 ਏਕੜ ਤੋਂ ਥੱਲੇ ਜਿਹੜੀ ਹੈ ਉਹ 40% ਦੇ, ਅਤੇ ਜਿਹੜੇ ਹਰੀਜਨ ਨੇ ਉਹਨਾਂ ਨੂੰ 25% ਕੀਮਤ 'ਤੇ ਕਲੈਕਟਰ ਰੇਟ 'ਤੇ ਦੇ ਦਿੱਤੀ ਜਾਏ। ਇਸੇ ਤਰ੍ਹਾਂ ਜਿਹੜੇ 3rd ਗ੍ਰੇਡ ਸੀਗੇ ਆਪਣੇ
ਟੈਨੈਂਟਸ, ਆਕੂਪੈਂਸੀ ਟੈਨੈਂਟਸ ਕਾਫੀ ਉਹਨਾਂ ਦੀ ਗਿਣਤੀ ਹੈ 15 60 ਹਜ਼ਾਰ ਹੈ। ਉਹ ਭੂੰਡੀਦਾਰ ਨੇ, ਤੇਲੀ ਨੇ, ਕਈ ਇਸ ਤਰ੍ਹਾਂ ਦੇ ਨੇ। ਉਹਨਾਂ ਦਾ ਐਕਟ ਪਾਸ ਕੀਤਾ ਇਹਨਾਂ ਨੇ ਅਤੇ ਸੈਂਟਰ ਗੌਰਮੈਂਟ ਨੂੰ ਅਪਰੂਵਲ ਵਾਸਤੇ ਭੇਜਿਆ। ਸੋ ਇਹਨਾਂ ਨੂੰ ਵੀ ਕੰਨ ਹੋਏ ਨੇ ਥੋੜ੍ਹੇ ਬਹੁਤੇ। ਸੋ ਮੈਂ ਸਮਝਦਾ ਜਿਹੜੀਆਂ ਮੂਵਮੈਂਟਾਂ ਨੇ ਨਾ, ਇਹੀ ਜਿਹੜੀ ਸਿਆਸਤ ਹੈ ਉਹਨੂੰ ਆਪਣੇ ਰਸਤੇ 'ਤੇ ਰੱਖ ਸਕਦੀਆਂ ਨੇ। ਅਤੇ ਇਹਦੇ ਵਾਸਤੇ ਕੋਈ ਕਿਸੇ ਕੋਲ ਫਾਰਮੂਲਾ ਨਹੀਂ ਹੈ ਕਿ ਕਿੱਦਾਂ ਹੋਏਗਾ ਔਰ ਕਦੋਂ ਹੋਏਗਾ, ਕਿਉਂਕਿ ਇਹ ਜਿਹੜੀ ਚਰਨਿੰਗ ਹੈ, ਚਰਨਿੰਗ ਨੇ ਇੱਕ ਨਵੀਂ ਸੋਚ ਪੈਦਾ ਕੀਤੀ ਹੈ। ਉਸ ਚਰਨਿੰਗ 'ਚੋਂ ਕੋਈ ਬਾਡੀ ਬਣ ਸਕਦੀ ਹੈ, ਕੋਈ ਜਿਹੜਾ ਨਵਾਂ ਫਾਰਮੇਸ਼ਨ ਹੋ ਸਕਦੀ ਹੈ। ਉਸ ਫਾਰਮੇਸ਼ਨ 'ਚੋਂ ਓਵਰ ਪੀਰੀਅਡ ਆਫ ਟਾਈਮ ਕੋਈ ਐਵੋਲੂਸ਼ਨ ਹੋ ਸਕਦੀ ਆ, ਲੇਕਿਨ ਲੌਂਗ ਟਰਮ ਦੇ ਵਿੱਚ ਇੱਦਾਂ ਦੇ ਪਾਸੇ ਨੂੰ ਜਾਣ ਦੀ ਸੰਭਾਵਨਾ ਹੈਗੀ ਆ। ਜਿਵੇਂ ਬੀਜੇਪੀ ਦੇ ਅੰਦਰ ਵੀ ਥੋੜ੍ਹੀ ਥੋੜ੍ਹੀ ਕਿਤੇ ਕਿਤੇ ਆਵਾਜ਼ ਆਉਣ ਲੱਗੀ ਹੈ। ਗਵਰਨਰ ਜਿਹੜਾ ਸਤਪਾਲ ਮਲਿਕ ਨੇ ਕਿਹਾ ਕਿ ਤੁਸੀਂ ਖਾਲੀ ਹੱਥ ਨਾ ਤੋਰੋ, ਗੱਲ ਕਰਿਓ। ਰਾਜਨਾਥ ਸਿੰਘ ਨੇ ਵੀ ਕਿਹਾ ਗੱਲ ਹੋਣੀ ਚਾਹੀਦੀ ਹੈ। ਅਤੇ ਇਟ ਮੀਨਜ਼ ਅੰਦਰੋਂ ਪ੍ਰੈਸ਼ਰ ਵੀ ਵਧਣ ਦੀ ਸੰਭਾਵਨਾ, ਜਿਹੜਾ ਗੱਲਬਾਤ ਲਈ ਮਜਬੂਰ ਕਰੇਗਾ ਬਾਹਰ ਦੀ ਬਜਾਏ। ਇਹ ਦੇਖੋ ਤੁਸੀਂ, ਇਹ ਜਿਹੜੇ ਸਤਪਾਲ ਮਲਿਕ ਅਤੇ ਜਿਹੜੇ ਆਪਣੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ, ਇਹ ਯੂਪੀ ਨਾਲ ਇਹਨਾਂ ਦਾ ਵਾਬਸਤਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ, ਇਸ ਮੂਵਮੈਂਟ ਨੇ ਬਾਹਰ ਕਰਤਾ, ਫਿਰ ਹਰਿਆਣੇ 'ਚ ਬਾਹਰ ਕੀਤਾ, ਉਸ ਤੋਂ ਬਾਅਦ ਯੂਪੀ 'ਚ ਬਾਹਰ ਕੀਤਾ। ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ, ਤਾਂ ਹੀ ਬੋਲੇ ਨੇ, ਕਾਫੀ ਦੇਰ ਬਾਅਦ ਬੋਲੇ ਨੇ। ਜੇ ਉਹ ਅਰਲੀ ਬੋਲਦੇ, ਫਰਜ਼ ਕਰੋ ਅੱਜ ਤੋਂ 2 ਮਹੀਨੇ ਪਹਿਲਾਂ ਬੋਲਦੇ, ਤਾਂ ਸ਼ਾਇਦ ਇਹਦੇ 'ਤੇ ਕੋਈ ਸੈਟਲਮੈਂਟ ਹੋ ਜਾਂਦੀ। ਪਰ ਇਹ ਵੀ ਇੱਕ ਗੁੱਡ ਡਿਵੈਲਪਮੈਂਟ ਹੈ ਕਿ ਸਿਆਸਤਦਾਨ ਨੂੰ ਰੀਅਲਾਈਜੇਸ਼ਨ ਹੋ ਰਹੀ ਹੈ ਕਿ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਅਤੇ ਸਾਨੂੰ ਕਿਸਾਨਾਂ ਨੂੰ ਅਕੋਮੋਡੇਟ ਕਰਨਾ ਚਾਹੀਦਾ ਹੈ। ਔਰ ਇਹ ਰੀਅਲਾਈਜੇਸ਼ਨ ਹੋਣੀ ਚਾਹੀਦੀ ਹੈ ਕਿ ਕਿਸਾਨ ਜਿਹੜੇ ਸਾਡੇ ਆਪਣੇ ਨੇ, ਅੰਨ ਪੈਦਾ ਕਰਨ ਵਾਲੇ ਨੇ, ਅੰਨਦਾਤਾ ਨੇ, ਅਤੇ ਇਹਨਾਂ ਨੂੰ ਦੁਸ਼ਮਣਾਂ ਦੀ ਤਰ੍ਹਾਂ ਡੀਲ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਆਪਣਿਆਂ ਦੀ ਤਰ੍ਹਾਂ ਹੀ ਡੀਲ ਕਰਨਾ ਚਾਹੀਦਾ ਹੈ। ਔਰ ਇਹਨਾਂ ਨੇ ਰਾਜਨਾਥ ਸਿੰਘ ਨੇ ਅਤੇ ਸਤਪਾਲ ਮਲਿਕ ਨੇ ਵੀ ਕਿਹਾ ਕਿ ਮੁਲਕ ਦਾ ਡਿਫੈਂਸ ਅਤੇ ਮੁਲਕ ਦਾ ਅਨਾਜ ਜਿਹੜਾ ਉਹ ਖੇਤਾਂ ਵਾਲੇ ਹੀ ਦੇ ਸਕਦੇ ਨੇ। ਤੋ ਇਸ ਕਰਕੇ ਜੇ ਮੁਲਕ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਕਿਸਾਨੀ ਨੂੰ ਜਿਹੜਾ ਹੈ ਉਹਦੇ ਇੰਟਰਸਟ ਪ੍ਰੋਟੈਕਟ ਕਰਨੇ ਚਾਹੀਦੇ ਨੇ। ਜੇ ਮੁਲਕ ਨੂੰ ਸੁਰੱਖਿਅਤ ਰੱਖਣਾ ਤਾਂ ਕਿਸਾਨੀ ਦੇ ਇੰਟਰਸਟ ਅਤੇ ਆਮ ਲੋਕਾਂ ਦੇ ਇੰਟਰਸਟ ਗੌਰਮੈਂਟਾਂ ਨੂੰ ਦੇਖਣੇ ਪੈਣਗੇ। ਇਹ ਕਹਿਣਾ ਲਾਸਟ ਦੇ ਵਿੱਚ ਗਿੱਲ ਸਾਹਿਬ ਦਾ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਰੋਜ਼ਾਨਾ ਦੀ ਤਰ੍ਹਾਂ ਫਿਰ ਮਿਲਾਂਗੇ ਕੱਲ੍ਹ ਵੇਲੇ ਦੀ ਗੱਲ ਵਿੱਚ। ਬਹੁਤ ਬਹੁਤ ਸ਼ੁਕਰੀਆ।